गुड इवनिंग टू ऑल। आवाज आ रही मेरी? हेलो। ओके ओके। सो 1 ਮਿੰਟ ਬਾਅਦ ਆਪਾਂ ਸਟਾਰਟ ਕਰਦੇ ਹਾਂ। ਮਾਈਕ ਸਭ ਦੇ ਮਿਊਟ ਹੋਣ ਲੱਗੇ ਆ। ਜੋ ਵੀ ਕਲਾਸ ਨੂੰ ਲੈ ਕੇ ਡਾਊਟ ਹੋ ਰਿਹਾ ਕਿ ਅੱਜ ਕਲਾਸ ਜਲਦੀ ਕਿਉਂ ਹੋ ਰਹੀ ਆ, ਉਹ ਮੈਂ ਐਂਡ ਤੇ ਦੱਸਾਂਗਾ ਕਿ ਅੱਜ ਕਲਾਸ ਕਿਉਂ 8 ਵਜੇ ਹੋ ਰਹੀ ਆ। ਸੋ ਸਟਾਰਟ ਕਰਦੇ ਹਾਂ। ਤੁਸੀਂ ਕੁਐਸਚਨ ਨੰਬਰ ਨੋਟ ਕਰ ਲੈਣਾ ਕਿ ਕਿਹੜੇ ਕੁਐਸਚਨ ਵਿੱਚ ਤੁਹਾਨੂੰ ਡਾਊਟ ਹੈ। ਆਪਾਂ ਕੱਲ 33 ਨੰਬਰ ਤੱਕ ਕਰ ਲਏ ਸੀ। ਆਜ਼ਾਦ ਭਾਰਤ ਦਾ ਅੰਤਿਮ ਗਵਰਨਰ ਜਨਰਲ ਕੌਣ ਸੀ? ਉਹਨਾਂ ਦਾ ਨਾਮ ਸੀ ਰਾਜਗੋਪਾਲਚਾਰੀ। ਠੀਕ ਹੈ। ਔਰ ਆਜ਼ਾਦ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ? ਉਹ ਮਾਊਂਟਬੈਟਨ ਸੀ। ਠੀਕ ਹੈ। ਅੰਤਿਮ ਜੋ ਸੀ ਉਹ ਸੀ ਰਾਜਗੋਪਾਲਚਾਰੀ ਸੀ। 34ਵਾਂ ਕੁਐਸਚਨ ਹੈ ਜੋ ਅੱਜ ਦਾ ਫਰਸਟ ਕੁਐਸਚਨ ਹੈ। ਭਾਰਤ ਵਿੱਚ ਲੱਭਿਆ ਗਿਆ ਸਭ ਤੋਂ ਪੁਰਾਣਾ ਸ਼ਹਿਰ ਕਿਹੜਾ ਹੈ? ਆਪਸ਼ਨ ਏ ਹੈ ਹੜੱਪਾ, ਆਪਸ਼ਨ ਬੀ ਹੈ ਮੋਹਨਜੋਦਾਰੋ, ਆਪਸ਼ਨ ਸੀ ਹੈ ਕਾਲੀਬੰਗਨ, ਆਪਸ਼ਨ ਡੀ ਹੈ ਲੋਥਲ। ਸਭ ਨੇ ਆਪਣੇ ਆਨਸਰ ਜੋ ਹੈ ਚੈਟ ਬਾਕਸ ਦੇ ਵਿੱਚ ਦੇਣੇ ਆ। ਸਭ ਨੂੰ ਗੁੱਡ ਈਵਨਿੰਗ। ਸੋ ਆਨਸਰ ਵੀ ਕਰ ਦੋ ਹੁਣ। ਰਕਸ਼ਿਤ ਦਾ ਆਇਆ ਸਭ ਤੋਂ ਪਹਿਲੇ, ਰਿੰਕੂ ਬਾਲਾ ਦਾ ਸੌਰੀ। ਸੋ ਇਸ ਦਾ ਰਾਈਟ ਆਨਸਰ ਜੋ ਹੈ ਸਭ ਤੋਂ ਪੁਰਾਣਾ ਸ਼ਹਿਰ ਜੋ ਲੱਭਿਆ ਗਿਆ ਸੀ ਉਹ ਹੜੱਪਾ ਸੀ। ਇਸ ਦੀ ਖੋਜ ਜੋ ਹੋਈ 1921 ਦੇ ਵਿੱਚ ਹੋਈ। ਔਰ ਕਿਸ ਨੇ ਕੀਤੀ? ਦਇਆਰਾਮ ਸਾਨੀ। ਦਇਆਰਾਮ ਸਾਨੀ ਨੇ ਹੜੱਪਾ ਦੀ ਖੋਜ 1921 ਦੇ ਵਿੱਚ ਕੀਤੀ। ਔਰ ਬਾਕੀ ਜੋ 3 ਸ਼ਹਿਰ ਆ ਉਹਨਾਂ ਬਾਰੇ ਮੈਂ ਦੱਸਣ ਲੱਗਿਆ। ਸੈਕਿੰਡ ਹੈ ਮੋਹਨਜੋਦਾਰੋ। ਮੋਹਨਜੋਦਾਰੋ ਜੋ ਹੈ ਹੜੱਪਾ ਸਭਿਅਤਾ ਦਾ ਮਹੱਤਵਪੂਰਨ ਨਗਰ ਹੈ। ਇੱਥੇ ਆਪਾਂ ਨੂੰ ਇਸ਼ਨਾਨ ਘਰ ਮਿਲਿਆ। ਕਾਲੀਬੰਗਨ ਜੋ ਹੈ ਇੱਥੇ ਆਪਾਂ ਨੂੰ ਜੁੱਤੇ ਹੋਏ ਖੇਤ ਮਿਲੇ ਆ। ਇਹ ਰਾਜਸਥਾਨ ਦੇ ਵਿੱਚ ਹੈ। ਔਰ ਲੋਥਲ ਜੋ ਹੈ ਇੱਕ ਬੰਦਰਗਾਹ ਹੈ ਜੋ ਗੁਜਰਾਤ ਦੇ ਵਿੱਚ ਹੈ। 35ਵਾਂ ਕੁਐਸਚਨ ਹੈ ਕਿਸ ਨੇ ਕਿਹਾ ਕਿ ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ? ਆਪਸ਼ਨ ਏ ਹੈ ਬਾਲ ਗੰਗਾਧਰ ਤਿਲਕ, ਆਪਸ਼ਨ ਬੀ ਹੈ ਮਹਾਤਮਾ ਗਾਂਧੀ, ਆਪਸ਼ਨ ਸੀ ਹੈ JL ਨਹਿਰੂ ਮਤਲਬ ਜਵਾਹਰ ਲਾਲ ਨਹਿਰੂ, ਆਪਸ਼ਨ ਡੀ ਹੈ ਲਾਲਾ ਲਾਜਪਤ ਰਾਏ। ਇਹ ਆ ਰਿਹਾ ਮੋਸਟਲੀ ਸਭ ਦਾ ਆਨਸਰ। ਸੋ ਕਿਸ ਨੇ ਕਿਹਾ ਕਿ ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ? ਉਹ ਬਾਲ ਗੰਗਾਧਰ ਤਿਲਕ ਨੇ ਕਿਹਾ। ਠੀਕ ਹੈ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਹੈ। 36ਵਾਂ ਕੁਐਸਚਨ ਹੈ ਦਿੱਲੀ ਉੱਤੇ ਰਾਜ ਕਰਨ ਵਾਲੀ ਉੱਤਰੀ ਭਾਰਤ ਦੀ ਪਹਿਲੀ ਮੁਸਲਿਮ ਔਰਤ ਸ਼ਾਸਕ ਕੌਣ ਸੀ? ਆਪਸ਼ਨ ਏ ਹੈ ਰਜੀਆ ਸੁਲਤਾਨ, ਆਪਸ਼ਨ ਬੀ ਹੈ ਰਾਣੀ ਦਿੱਦਾ, ਆਪਸ਼ਨ ਸੀ ਹੈ ਏ ਔਰ ਬੀ ਦੋਨੋਂ, ਆਪਸ਼ਨ ਡੀ ਹੈ ਨਨ ਆਫ ਦੀਜ਼ ਮਤਲਬ ਕੋਈ ਵੀ ਨਹੀਂ। ਰਿੰਕੂ ਬਾਲਾ ਦਾ ਏ ਆਇਆ ਔਰ ਸਭ ਦਾ ਹੀ ਏ ਆ ਰਿਹਾ। ਉੱਤਰੀ ਭਾਰਤ ਦੇ ਵਿੱਚ ਸਭ ਤੋਂ ਪਹਿਲੀ ਮੁਸਲਿਮ ਸ਼ਾਸਕ ਜੋ ਹੋਈ ਉਹਨਾਂ ਦਾ ਨਾਮ ਸੀ ਰਜੀਆ ਸੁਲਤਾਨ। ਇਸ ਨੇ ਕਦੋਂ ਤੋਂ ਲੈ ਕੇ ਕਦੋਂ ਤੱਕ ਸ਼ਾਸਨ ਕੀਤਾ? 1236 ਤੋਂ ਲੈ ਕੇ 40 ਤੱਕ ਇਸ ਨੇ ਦਿੱਲੀ ਉੱਤੇ ਹਕੂਮਤ ਕੀਤੀ। ਅਗਰ ਇਹ ਪੁੱਛ ਲਿਆ ਜਾਏ ਕਿ ਇਹ ਕਿਸ ਦੀ ਬੇਟੀ ਸੀ, ਕਿਸ ਦੀ ਧੀ ਸੀ, ਤਾਂ ਉਹਨਾਂ ਦਾ ਨਾਂ ਸੀ ਇਲਤੁਤਮਿਸ਼। ਇਲਤੁਤਮਿਸ਼ ਦੀ ਪੁੱਤਰੀ ਸੀ ਇਹ ਰਜੀਆ ਸੁਲਤਾਨ, ਡਾਟਰ ਆਫ ਇਲਤੁਤਮਿਸ਼। ਠੀਕ ਹੈ। ਔਰ ਸੈਕਿੰਡ ਜੋ ਆਪਸ਼ਨ ਹੈ ਰਾਣੀ ਦਿੱਦਾ, ਇਹ ਕਸ਼ਮੀਰ ਦੀ ਰਾਣੀ ਸੀ। ਦਿੱਦਾ ਦਾ ਮਤਲਬ ਹੈ ਦੀਦੀ। ਲੋਕ ਇਸ ਨੂੰ ਪਿਆਰ ਨਾਲ ਕਹਿੰਦੇ ਸੀ ਦੀਦੀ। ਦੀਦੀ ਮਤਲਬ ਵੱਡੀ ਭੈਣ। ਰਾਣੀ ਦਿੱਦਾ ਦਾ ਮਤਲਬ ਹੈ ਵੱਡੀ ਭੈਣ। ਪਿਆਰ ਨਾਲ ਉਸ ਨੂੰ ਦਿੱਦਾ ਬੁਲਾਇਆ ਜਾਂਦਾ ਸੀ। 37ਵਾਂ ਕੁਐਸਚਨ ਹੈ ਸਿੰਧੂ ਸਭਿਅਤਾ ਦਾ ਬੰਦਰਗਾਹ ਸ਼ਹਿਰ ਕਿਹੜਾ ਹੈ? ਆਪਸ਼ਨ ਏ ਹੈ ਲੋਥਲ, ਆਪਸ਼ਨ ਬੀ ਹੈ ਹੜੱਪਾ, ਆਪਸ਼ਨ ਸੀ ਹੈ ਧੋਲਾਵੀਰਾ, ਆਪਸ਼ਨ ਡੀ ਹੈ ਸੰਗੋਲ।
ਇਹ ਵੈਸੇ ਤਾਂ ਮੈਂ ਪਿੱਛੇ ਹੀ ਦੱਸ ਗਿਆ ਕਿ ਸਿੰਧੂ ਘਾਟੀ ਸਭਿਅਤਾ ਦਾ ਬੰਦਰਗਾਹ ਨਗਰ ਕਿਹੜਾ ਸੀ। ਫਿਰ ਵੀ ਆਨਸਰ ਜੋ ਹੈ ਬੀ ਆ ਰਿਹਾ ਬੌਧ ਦਾ। ਪਰਮਿੰਦਰ ਕੌਰ ਦਾ ਵੀ ਬੀ ਆਇਆ। ਸੋ ਜੋ ਸਿੰਧੂ ਘਾਟੀ ਜੋ ਸਭਿਅਤਾ ਹੈ ਉਹਦਾ ਬੰਦਰਗਾਹ ਜੋ ਸ਼ਹਿਰ ਸੀ ਉਹ ਲੋਥਲ ਸੀ, ਔਰ ਇਹ ਗੁਜਰਾਤ ਦੇ ਵਿੱਚ ਹੈ। ਹੜੱਪਾ ਜੋ ਹੈ ਸਿੰਧੂ ਘਾਟੀ ਦਾ ਸਭ ਤੋਂ ਪੁਰਾਤਨ ਸ਼ਹਿਰ ਹੈ, ਜਿਸ ਦੀ ਖੋਜ ਸਭ ਤੋਂ ਪਹਿਲਾਂ ਹੋਈ 1921 ਦੇ ਵਿੱਚ ਦਇਆ ਰਾਮ ਸਾਨੀ ਨੇ ਕੀਤੀ। ਧੋਲਾਵੀਰਾ ਔਰ ਸੰਗੋਲਵੀ ਜੋ ਆ ਹੜੱਪਾ ਸਭਿਅਤਾ ਦੇ ਹੀ ਨਗਰ ਨੇ। ਠੀਕ ਹੈ। 38ਵਾਂ ਕੁਐਸਚਨ ਹੈ, ਇੰਡੀਅਨ ਨੈਸ਼ਨਲ ਕਾਂਗਰਸ ਦਾ ਸੰਸਥਾਪਕ ਕੌਣ ਸੀ? ਆਪਸ਼ਨ ਏ ਹੈ ਓ ਹਯੂਮ, ਆਪਸ਼ਨ ਬੀ ਹੈ ਮਹਾਤਮਾ ਗਾਂਧੀ, ਆਪਸ਼ਨ ਸੀ ਹੈ ਸੋਨੀਆ ਗਾਂਧੀ, ਆਪਸ਼ਨ ਡੀ ਹੈ ਜਵਾਹਰ ਲਾਲ ਨਹਿਰੂ। INC ਦਾ ਸੰਸਥਾਪਕ ਕੌਣ ਸੀ? ਇਹ ਆ ਰਿਹਾ ਮੋਸਟਲੀ ਓ ਹਯੂਮ। ਸੋ ਜੋ INC ਮਤਲਬ ਇੰਡੀਅਨ ਨੈਸ਼ਨਲ ਕਾਂਗਰਸ ਦਾ ਸੰਸਥਾਪਕ ਸੀ, ਉਹਨਾਂ ਦਾ ਨਾਮ ਸੀ ਓ ਹਯੂਮ। ਔਰ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਦੋਂ ਹੋਈ? 1885 ਦੇ ਵਿੱਚ। ਠੀਕ ਹੈ। 1885 ਈਸਵੀ ਦੇ ਵਿੱਚ INC ਦੀ ਸਥਾਪਨਾ ਹੋਈ। 39ਵਾਂ ਕੁਐਸਚਨ ਹੈ, ਮਹਾਤਮਾ ਬੁੱਧ ਦੁਆਰਾ ਦਿੱਤਾ ਗਿਆ ਪਹਿਲਾ ਉਪਦੇਸ਼ ਕਿਹਾ ਜਾਂਦਾ ਹੈ? ਆਪਸ਼ਨ ਏ ਹੈ ਧਰਮ ਚੱਕਰ ਪਰਿਵਰਤਨ, ਆਪਸ਼ਨ ਬੀ ਹੈ ਬੋਧ ਗਇਆ, ਆਪਸ਼ਨ ਸੀ ਹੈ ਸਾਰਨਾਥ, ਆਪਸ਼ਨ ਡੀ ਹੈ ਗੌਤਮ ਬੁੱਧ। ਬਲਵੰਤ ਸਿੰਘ ਦਾ ਬੀ ਆਇਆ ਔਰ ਖੁਸ਼ਵਿੰਦਰ ਕੌਰ ਦਾ ਵੀ ਬੀ ਆਇਆ। ਬਾਕੀ ਸਭ ਦਾ ਸ਼ੀਨੂ ਕੱਕੜ ਦਾ ਬੀ ਆਇਆ। ਸੋ ਮਹਾਤਮਾ ਬੁੱਧ ਨੇ ਜੋ ਪਹਿਲਾ ਉਪਦੇਸ਼ ਦਿੱਤਾ ਉਸ ਨੂੰ ਧਰਮ ਚੱਕਰ ਪਰਿਵਰਤਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਔਰ ਇਹ ਕਿੱਥੇ ਦਿੱਤਾ ਅਗਰ ਜਗ੍ਹਾ ਪੁੱਛੀ ਜਾਏ ਤਾਂ ਉਹ ਜਗ੍ਹਾ ਦਾ ਨਾਮ ਹੈ ਸਾਰਨਾਥ। ਠੀਕ ਹੈ। ਪਹਿਲੇ ਉਪਦੇਸ਼ ਬਾਰੇ ਪੁੱਛਿਆ, ਨਾ ਕਿ ਜਗ੍ਹਾ ਬਾਰੇ। ਸੋ ਕੁਐਸਚਨ ਵਿੱਚ ਕਨਫਿਊਜ਼ਨ ਨਾ ਹੋਏ, ਕੁਐਸਚਨ 2 ਵਾਰੀ ਰੀਡ ਜ਼ਰੂਰ ਕਰਿਆ ਕਰੋ। ਮਹਾਤਮਾ ਬੁੱਧ ਨੇ ਜੋ ਪਹਿਲਾ ਉਪਦੇਸ਼ ਦਿੱਤਾ ਉਸ ਨੂੰ ਕੀ ਕਿਹਾ ਜਾਂਦਾ ਹੈ? ਉਸ ਨੂੰ ਧਰਮ ਚੱਕਰ ਪਰਿਵਰਤਨ ਕਿਹਾ ਜਾਂਦਾ ਹੈ। ਅਗਰ ਜਗ੍ਹਾ ਪੁੱਛਦਾ ਤਾਂ ਜਗ੍ਹਾ ਹੈ ਸਾਰਨਾਥ। ਠੀਕ ਹੈ। ਬੋਧ ਗਇਆ ਜੋ ਜਗ੍ਹਾ ਹੈ ਉੱਥੇ ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਹੋਈ। ਉਸ ਤੋਂ ਬਾਅਦ ਕੀ ਹੋਇਆ, ਉਹਨਾਂ ਦਾ ਨਾਮ ਗੌਤਮ ਬੁੱਧ ਪੈ ਗਿਆ। ਸੋ ਇਸ ਦਾ ਰਾਈਟ ਆਂਸਰ ਜੋ ਹੈ ਆਪਸ਼ਨ ਏ ਹੈ, ਨਾ ਕਿ ਬੀ ਔਰ ਸੀ ਔਰ ਡੀ। 40ਵਾਂ ਕੁਐਸਚਨ ਹੈ, ਕਿਹੜਾ ਵੇਦ ਵਾਰਤਕ ਅਤੇ ਬਾਣੀ ਦੋਵਾਂ ਵਿੱਚ ਰਚਿਆ ਗਿਆ ਹੈ? ਆਪਸ਼ਨ ਏ ਹੈ ਯਜੁਰਵੇਦ, ਆਪਸ਼ਨ ਬੀ ਹੈ ਰਿਗਵੇਦ, ਆਪਸ਼ਨ ਸੀ ਹੈ ਅਥਰਵਵੇਦ, ਆਪਸ਼ਨ ਡੀ ਹੈ ਸਾਮਵੇਦ। ਇੱਥੇ ਵਾਰਤਕ ਔਰ ਕਵਿਤਾ ਆਏਗਾ, ਵਾਰਤਕ ਅਤੇ ਕਵਿਤਾ ਵਿੱਚ ਰਚਿਆ ਗਿਆ ਹੈ। ਡੀ ਔਰ ਬੀ ਮੋਸਟਲੀ ਸਭ ਦੇ ਅਲੱਗ-ਅਲੱਗ ਹੀ ਆਨਸਰ ਆ ਰਹੇ ਆ। ਸੋ ਇਸ ਦਾ ਰਾਈਟ ਆਂਸਰ ਹੈ ਆਪਸ਼ਨ ਏ। ਯਜੁਰਵੇਦ ਜੋ ਹੈ ਉਹ ਵਾਰਤਕ ਅਤੇ ਬਾਣੀ ਦੋਵਾਂ ਵਿੱਚ ਰਚਿਆ ਗਿਆ ਹੈ। ਰਿਗਵੇਦ ਜੋ ਸੀ ਉਹ ਸਭ ਤੋਂ ਪੁਰਾਤਨ ਵੇਦ ਸੀ, ਸਭ ਤੋਂ ਪ੍ਰਾਚੀਨ ਵੇਦ ਸੀ। ਇਸ ਦੇ 10 ਮੰਡਲ ਔਰ 1028 ਸੂਕਤ ਨੇ ਰਿਗਵੇਦ ਦੇ। ਠੀਕ ਹੈ। ਅਥਰਵਵੇਦ ਜੋ ਹੈ ਸਭ ਤੋਂ ਬਾਅਦ ਵਿੱਚ ਲਿਖਿਆ ਗਿਆ ਸੀ, ਔਰ ਸਾਮਵੇਦ ਜੋ ਹੈ ਸੰਗੀਤ ਦਾ ਪਿਤਾਮਾ ਕਿਹਾ ਜਾਂਦਾ ਹੈ। ਸੰਗੀਤ ਦਾ ਮੁੱਢ ਜੋ ਹੈ ਸਾਮਵੇਦ ਹੈ। 41ਵਾਂ ਕੁਐਸਚਨ ਹੈ, ਕਿਸ ਦੇ ਸ਼ਾਸਨ ਕਾਲ ਦੌਰਾਨ ਬੁੱਧ ਧਰਮ ਨੂੰ 2 ਹਿੱਸਿਆਂ ਵਿੱਚ ਵੰਡਿਆ ਗਿਆ? ਮਤਲਬ ਉਹ 2 ਹਿੱਸੇ ਆ ਹੀਨਯਾਨ ਔਰ ਮਹਾਯਾਨ। ਆਪਸ਼ਨ ਏ ਹੈ ਕਨਿਸ਼ਕ, ਆਪਸ਼ਨ ਬੀ ਹੈ ਅਸ਼ੋਕ, ਆਪਸ਼ਨ ਸੀ ਹੈ ਸਮੁੰਦਰਗੁਪਤ, ਆਪਸ਼ਨ ਡੀ ਹੈ ਹਰਸ਼ਵਰਧਨ। ਬੀ ਮਨਪ੍ਰੀਤ ਪੁਰੀ ਦਾ ਆਇਆ ਔਰ ਬਾਕੀ ਸਭ ਦਾ ਇਹੀ ਆ ਰਿਹਾ। ਸੋ ਇਸ ਦਾ ਰਾਈਟ ਆਂਸਰ ਹੈ ਆਪਸ਼ਨ ਏ। ਕਨਿਸ਼ਕ ਦੇ ਸਮੇਂ ਜਦੋਂ ਚੌਥੀ ਬੌਧ ਸੰਗੀਤੀ ਹੋਈ ਤਾਂ ਉਦੋਂ ਕੀ ਹੋਇਆ, ਬੁੱਧ ਧਰਮ ਜੋ ਹੈ ਹੀਨਯਾਨ ਔਰ ਮਹਾਯਾਨ ਇਹ 2 ਸ਼ਾਖਾਵਾਂ ਦੇ ਵਿੱਚ ਵੰਡਿਆ ਗਿਆ। ਹੁਣ ਮੈਂ ਤੁਹਾਨੂੰ ਦੱਸਦਾ ਹੀਨਯਾਨ ਕਿਹਨਾਂ ਨੂੰ ਕਹਿੰਦੇ ਆ। ਹੀਨਯਾਨ ਉਹ ਹੁੰਦੇ ਆ ਜਿਹੜੇ ਜਿਨ੍ਹਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਆ ਔਰ ਗਿਆਨ ਪ੍ਰਾਪਤੀ ਤੋਂ ਬਾਅਦ ਨਿਰਵਾਣ ਮਤਲਬ ਮੁਕਤੀ ਪ੍ਰਾਪਤ ਕਰਨ ਲਈ ਉਹ ਪ੍ਰੇਰਿਤ ਹੋ ਜਾਂਦੇ ਆ। ਲੇਕਿਨ ਮਹਾਯਾਨ ਜੋ ਆ ਉਹ ਕੀ ਕਰਦੇ ਆ, ਜਦੋਂ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਆ ਤਾਂ ਉਹ ਦੂਜੇ ਲੋਕਾਂ ਨੂੰ ਵੀ ਉਸ ਗਿਆਨ ਵੱਲ ਵਧਣ ਨੂੰ ਪ੍ਰੇਰਿਤ ਕਰਦੇ ਆ। ਹੀਨਯਾਨ ਜੋ ਆ ਉਹ ਸੈਲਫ ਸੈਂਟਰਡ ਆ ਔਰ ਮਹਾਯਾਨ ਜੋ ਆ ਉਹ ਸੋਸ਼ਲ ਸੈਂਟਰਡ ਆ। ਠੀਕ ਹੈ। ਮਤਲਬ ਸਮਾਜ ਨੂੰ ਵੀ ਅੱਗੇ ਪ੍ਰੇਰਦੇ ਆ ਉਹ। ਸੋ ਕਨਿਸ਼ਕ ਦੇ ਕਾਲ ਦੇ ਵਿੱਚ ਕੀ ਹੋਇਆ,
ਕਿ ਬੁੱਧ ਧਰਮ ਜੋ ਸੀ ਉਹ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ। 42ਵਾਂ ਕੁਐਸਚਨ ਹੈ, ਲੋਧੀ ਖਾਨਦਾਨ ਦਾ ਆਖਰੀ ਸ਼ਾਸਕ ਕੌਣ ਸੀ? ਆਪਸ਼ਨ ਏ ਹੈ ਇਬਰਾਹਿਮ ਲੋਧੀ, ਆਪਸ਼ਨ ਬੀ ਹੈ ਸਿਕੰਦਰ ਲੋਧੀ, ਆਪਸ਼ਨ ਸੀ ਹੈ ਬਾਬਰ, ਆਪਸ਼ਨ ਡੀ ਹੈ ਕੋਈ ਵੀ ਨਹੀਂ। ਇਹ ਆ ਰਿਹਾ ਮੋਸਟਲੀ ਸਭ ਦਾ ਆਨਸਰ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਏ ਹੈ ਇਬਰਾਹਿਮ ਲੋਧੀ ਜੋ ਸੀ ਉਹ ਲੋਧੀ ਖਾਨ ਦਾ ਆਖਰੀ ਸ਼ਾਸਕ ਸੀ ਔਰ ਇਸ ਨੂੰ 1526 ਈਸਵੀ ਦੇ ਵਿੱਚ ਬਾਬਰ ਨੇ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਹਰਾਇਆ ਸੀ। ਨੈਕਸਟ ਕੁਐਸਚਨ ਹੈ, ਕਿਸ ਸ਼ਾਸਕ ਕੋਲ ਇੱਕ ਸ਼ਕਤੀਸ਼ਾਲੀ ਜਲ ਸੈਨਾ ਸੀ? ਮਤਲਬ ਕਿਹੜੇ ਸ਼ਾਸਕ ਸੀ ਜਿਨ੍ਹਾਂ ਕੋਲ ਇੱਕ ਸ਼ਕਤੀਸ਼ਾਲੀ ਜਲ ਸੈਨਾ ਸੀ? ਆਪਸ਼ਨ ਏ ਹੈ ਚੋਲ, ਆਪਸ਼ਨ ਬੀ ਹੈ ਪੱਲਵ, ਆਪਸ਼ਨ ਸੀ ਹੈ ਰਾਸ਼ਟਰਕੂਟ, ਆਪਸ਼ਨ ਡੀ ਹੈ ਅਸ਼ੋਕ। ਜਿਨ੍ਹਾਂ ਨੇ ਮੈਡੀਵਲ ਹਿਸਟਰੀ ਵਾਲੀ ਕਲਾਸ ਲਗਾਈ ਆ ਉਹਨਾਂ ਲਈ ਇਹ ਈਜ਼ੀ ਆ। ਮਨਪ੍ਰੀਤ ਪੁਰੀ ਦਾ ਸੀ ਆਇਆ ਔਰ ਬਾਕੀ ਸਭ ਦਾ ਪ੍ਰਭਦੀਪ ਕੌਰ ਦਾ ਬੀ ਔਰ ਮੋਸਟਲੀ ਸਭ ਦਾ ਏ ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਏ, ਚੋਲ ਜੋ ਸੀ ਉਹਨਾਂ ਦੇ ਕੋਲ ਇੱਕ ਸ਼ਕਤੀਸ਼ਾਲੀ ਜਲ ਸੈਨਾ ਸੀ। 44ਵਾਂ ਕੁਐਸਚਨ ਹੈ, ਸ਼ਹੀਦ-ਏ ਆਜ਼ਮ ਦਾ ਖਿਤਾਬ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ? ਆਪਸ਼ਨ ਏ ਹੈ ਭਗਤ ਸਿੰਘ, ਆਪਸ਼ਨ ਬੀ ਹੈ ਲਾਲਾ ਲਾਜਪਤ ਰਾਏ, ਆਪਸ਼ਨ ਸੀ ਹੈ ਮਹਾਤਮਾ ਗਾਂਧੀ, ਆਪਸ਼ਨ ਡੀ ਹੈ ਸਰਦਾਰ ਪਟੇਲ। ਸ਼ਹੀਦ-ਏ ਆਜ਼ਮ ਦੀ ਉਪਾਧੀ ਕਿਸ ਨੂੰ ਦਿੱਤੀ ਗਈ? ਸੋ ਇਹ ਭਗਤ ਸਿੰਘ ਨੂੰ ਦਿੱਤੀ ਗਈ ਸੀ, ਠੀਕ ਹੈ, ਜਿਨ੍ਹਾਂ ਨੇ ਦੇਸ਼ ਦੇ ਲਈ ਜਿੰਦ ਜਾਨ ਵਾਰੀ ਸੀ, ਆਪਣੀ ਫਾਂਸੀ ਦੇ ਰੱਸੇ ਨੂੰ ਹੱਸਦੇ ਹੱਸਦੇ ਚੁੰਮਿਆ ਸੀ ਤੇ ਉਹਦੇ ਤੇ ਝੂਲ ਗਏ ਸੀ। ਸਰਦਾਰ ਪਟੇਲ ਜੋ ਸੀ ਉਹ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਸੀ, ਇਸ ਦੇ ਨਾਲ ਗ੍ਰਹਿ ਮੰਤਰੀ ਵੀ ਰਹੇ ਆ ਔਰ ਸੂਚਨਾ ਅਤੇ ਪ੍ਰਸਾਰਣ ਮੰਤਰੀ ਵੀ ਸਰਦਾਰ ਪਟੇਲ ਰਹੇ ਆ। ਨੈਕਸਟ ਕੁਐਸਚਨ ਹੈ, ਸਾਈਮਨ ਕਮਿਸ਼ਨ ਖਿਲਾਫ ਪ੍ਰਦਰਸ਼ਨ ਦੌਰਾਨ ਲਾਠੀ ਚਾਰਜ ਵਿੱਚ ਕਿਸ ਰਾਜਨੇਤਾ ਦੀ ਮੌਤ ਹੋਈ? ਮੈਂ ਰਿਪੀਟ ਕਰ ਰਿਹਾ, ਸਾਈਮਨ ਕਮਿਸ਼ਨ ਜਦੋਂ ਭਾਰਤ ਆਇਆ ਉਹਦੇ ਖਿਲਾਫ ਪ੍ਰਦਰਸ਼ਨ ਦੇ ਦੌਰਾਨ ਲਾਠੀ ਚਾਰਜ ਵਿੱਚ ਕਿਸ ਰਾਜਨੇਤਾ ਦੀ ਮੌਤ ਹੋਈ? ਆਪਸ਼ਨ ਏ ਹੈ ਲਾਲਾ ਲਾਜਪਤ ਰਾਏ, ਆਪਸ਼ਨ ਬੀ ਹੈ ਤਿਲਕ, ਆਪਸ਼ਨ ਸੀ ਹੈ ਕਰਤਾਰ ਸਿੰਘ ਸਰਾਭਾ, ਆਪਸ਼ਨ ਡੀ ਹੈ ਮੋਹਨ ਲਾਲ। ਇਹ ਆ ਰਿਹਾ ਮੋਸਟਲੀ ਸਭ ਦਾ ਆਨਸਰ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਏ, ਸਾਈਮਨ ਕਮਿਸ਼ਨ ਜਦੋਂ ਭਾਰਤ ਆਇਆ ਸੀ, ਕੀ ਹੋਇਆ ਕਿ ਉਸ ਸਮੇਂ ਭਾਰਤ ਦੇ ਵਿੱਚ ਕਾਫੀ ਸਾਰਾ ਰੋਸ ਹੋ ਰਿਹਾ ਸੀ ਔਰ ਇਹ ਕਦੋਂ ਆਇਆ? 1927 ਦੇ ਵਿੱਚ। ਆਪਣੇ ਮਿੱਥੇ ਹੋਏ ਸਮੇਂ ਤੋਂ 2 ਸਾਲ ਪਹਿਲਾਂ ਹੀ ਇਹ ਭਾਰਤ ਦੇ ਵਿੱਚ ਆ ਗਿਆ ਸੀ ਔਰ ਇਹਨੇ 1929 ਦੇ ਵਿੱਚ ਆਣਾ ਸੀ, ਲੇਕਿਨ ਇਹ 2 ਸਾਲ ਪਹਿਲਾਂ ਆ ਗਿਆ, 1927 ਦੇ ਵਿੱਚ ਆਇਆ। ਔਰ ਇਸ ਦਾ ਵਿਰੋਧ ਕਿਉਂ ਹੋ ਰਿਹਾ ਸੀ? ਵਿਰੋਧ ਇਸੇ ਕਰਕੇ ਹੋ ਰਿਹਾ ਸੀ ਕਿਉਂਕਿ ਇਸ ਕਮਿਸ਼ਨ ਦੇ ਵਿੱਚ ਇੱਕ ਵੀ ਮੈਂਬਰ ਭਾਰਤੀ ਨਹੀਂ ਸੀ, ਜਿੰਨੇ ਵੀ ਮੈਂਬਰ ਸੀ ਉਹ ਸਾਰੇ ਅੰਗਰੇਜ਼ੀ ਸੀ, ਠੀਕ ਹੈ। ਸੋ ਇਸੇ ਕਰਕੇ ਇਸ ਦਾ ਵਿਰੋਧ ਹੋਇਆ ਔਰ ਲਾਲਾ ਲਾਜਪਤ ਰਾਏ ਦੀ ਲਾਠੀ ਚਾਰਜ ਦੇ ਦੌਰਾਨ ਮੌਤ ਹੋ ਗਈ ਸੀ। ਨੈਕਸਟ ਕੁਐਸਚਨ ਹੈ, ਚੀਨੀ ਯਾਤਰੀ ਹਿਊਨ-ਸਾਂਗ ਕਿਸ ਦੇ ਸ਼ਾਸਨਕਾਲ ਦੌਰਾਨ ਭਾਰਤ ਵਿੱਚ ਆਇਆ? ਆਪਸ਼ਨ ਏ ਹੈ ਹਰਸ਼ਵਰਧਨ, ਆਪਸ਼ਨ ਬੀ ਹੈ ਅਸ਼ੋਕ, ਆਪਸ਼ਨ ਸੀ ਹੈ ਕਨਿਸ਼ਕ, ਆਪਸ਼ਨ ਡੀ ਹੈ ਸਮੁੰਦਰਗੁਪਤ। ਮਨਦੀਪ ਪੁਰੀ 1927 ਦੇ ਵਿੱਚ ਆਇਆ ਸੀ, ਨਾ ਕਿ 1928 ਦੇ ਵਿੱਚ। ਚੀਨੀ ਯਾਤਰੀ ਹਿਊਨ-ਸਾਂਗ ਕਿਸ ਦੇ ਸ਼ਾਸਨਕਾਲ ਦੇ ਵਿੱਚ ਭਾਰਤ ਆਇਆ? ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਏ, ਹਰਸ਼ਵਰਧਨ ਦੇ ਕਾਲ ਦੇ ਵਿੱਚ ਚੀਨੀ ਯਾਤਰੀ ਹਿਊਨ-ਸਾਂਗ ਜੋ ਸੀ ਉਹ ਭਾਰਤ ਦੇ ਵਿੱਚ ਆਇਆ ਸੀ। ਇਸ ਨੂੰ ਯਾਦ ਰੱਖਣ ਦਾ ਈਜ਼ੀ ਵੇ ਹੈ, ਹਾਏ ਤੋਂ ਹਿਊਨ-ਸਾਂਗ ਸ਼ੁਰੂ ਹੁੰਦਾ ਹੈ ਔਰ ਹਾਏ ਤੋਂ ਹਰਸ਼ਵਰਧਨ। ਸੋ ਇਸ ਨਾਲ ਤੁਸੀਂ ਯਾਦ ਈਜ਼ੀ ਵੇ ਨਾਲ ਰੱਖ ਸਕਦੇ ਹੋ। ਨੈਕਸਟ ਕੁਐਸਚਨ ਹੈ, ਬਨਾਰਸ ਹਿੰਦੂ ਯੂਨੀਵਰਸਿਟੀ ਜਿਹਨੂੰ BHU ਕਿਹਾ ਜਾਂਦਾ ਹੈ ਦੇ ਸੰਸਥਾਪਕ ਕੌਣ ਸੀ? ਆਪਸ਼ਨ ਏ ਹੈ ਮਦਨ ਮੋਹਨ ਮਾਲਵੀਆ, ਆਪਸ਼ਨ ਬੀ ਹੈ ਗੰਗਾਧਰ ਤਿਲਕ, ਆਪਸ਼ਨ ਸੀ ਹੈ ਐਨੀ ਬੇਸੈਂਟ, ਆਪਸ਼ਨ ਡੀ ਹੈ ਜਵਾਹਰ ਲਾਲ ਨਹਿਰੂ। ਇਸ ਦਾ ਆਨਸਰ ਕੀ ਆ ਰਿਹਾ? ਸੀ ਆ ਰਿਹਾ, ਓਕੇ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਏ, ਬਨਾਰਸ ਹਿੰਦੂ ਯੂਨੀਵਰਸਿਟੀ BHU ਦੇ ਜੋ ਸੰਸਥਾਪਕ ਸੀ ਉਹ ਮਦਨ ਮੋਹਨ ਮਾਲਵੀਆ ਸੀ, ਠੀਕ ਹੈ।
ਐਨੀ ਬੇਸੈਂਟ ਜੋ ਸੀ, ਜਿਸ ਦਾ ਤੁਸੀਂ ਆਨਸਰ ਲਗਾ ਰਹੇ ਹੋ, ਉਹਨਾਂ ਨੇ ਹੋਮ ਰੂਲ ਲੀਗ ਦੀ ਸਥਾਪਨਾ ਕੀਤੀ ਸੀ, ਉਹਦੀ ਸੰਸਥਾਪਕ ਸੀ। ਠੀਕ ਹੈ। ਜਵਾਹਰ ਲਾਲ ਨਹਿਰੂ ਦੇ ਬਾਰੇ ਤਾਂ ਆਪਾਂ ਸਭ ਜਾਣਦੇ ਹਾਂ। ਉਹਨਾਂ ਨੇ ਇੱਕ ਉਦੇਸ਼ ਪ੍ਰਸਤਾਵ ਰੱਖਿਆ ਸੀ 1928 ਦੇ ਵਿੱਚ, ਔਰ ਉਦੇਸ਼ ਪ੍ਰਸਤਾਵ ਜੋ ਰੱਖਿਆ ਸੀ ਜਦੋਂ ਸੰਵਿਧਾਨ ਸਭਾ ਬਣੀ ਸੀ, ਜਿਸ ਨੂੰ ਲੈ ਕੇ ਪ੍ਰਸਤਾਵਨਾ ਤਿਆਰ ਕੀਤੀ ਗਈ। ਔਰ ਜਵਾਹਰ ਲਾਲ ਨਹਿਰੂ ਜੋ ਸੀ ਉਹ ਪ੍ਰਧਾਨ ਮੰਤਰੀ ਆ ਆਪਣੇ ਦੇਸ਼ ਦੇ ਪਹਿਲੇ, ਔਰ ਸਭ ਤੋਂ ਲੰਬਾ ਸਮਾਂ ਜੋ ਹੈ ਪ੍ਰਧਾਨ ਮੰਤਰੀ ਰਹੇ ਆ। ਨੈਕਸਟ ਕੁਐਸਚਨ ਹੈ, ਗਾਇਤਰੀ ਮੰਤਰ ਦੀ ਰਚਨਾ ਕਿਸ ਨੇ ਕੀਤੀ? ਆਪਸ਼ਨ ਏ ਹੈ ਵਿਆਸ ਰਿਸ਼ੀ, ਆਪਸ਼ਨ ਬੀ ਹੈ ਵਿਸ਼ਵਾਮਿੱਤਰ, ਆਪਸ਼ਨ ਸੀ ਹੈ ਰਾਮ, ਆਪਸ਼ਨ ਡੀ ਹੈ ਕ੍ਰਿਸ਼ਨ। ਇਹ ਆ ਰਿਹਾ ਮੋਸਟਲੀ ਆਨਸਰ ਸੀ ਬਲਵੰਤ ਸਿੰਘ ਦਾ ਹੈ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਬੀ, ਗਾਇਤਰੀ ਮੰਤਰ ਦੀ ਰਚਨਾ ਵਿਸ਼ਵਾਮਿੱਤਰ ਨੇ ਕੀਤੀ ਸੀ। ਠੀਕ ਹੈ। ਭਗਵਾਨ ਰਾਮ ਜੋ ਹੈ ਉਹ ਰਮਾਇਣ ਦੇ ਮਹਾਨਾਇਕ ਨੇ, ਔਰ ਭਗਵਾਨ ਕ੍ਰਿਸ਼ਨ ਨੇ ਗੀਤਾ ਦਾ ਉਪਦੇਸ਼ ਦਿੱਤਾ ਸੀ ਕੁਰੂਕਸ਼ੇਤਰ ਦੇ ਯੁੱਧ ਦੇ ਮੈਦਾਨ ਦੇ ਵਿੱਚ। ਨੈਕਸਟ ਕੁਐਸਚਨ ਹੈ, ਕਿਹੜੇ ਗੁਪਤ ਸ਼ਾਸਕਾਂ ਨੂੰ ਕਵੀ ਰਾਜ ਕਿਹਾ ਜਾਂਦਾ ਹੈ? ਕਿਹੜੇ ਗੁਪਤ ਸ਼ਾਸਕ ਨੂੰ ਕਵੀ ਰਾਜ ਕਿਹਾ ਜਾਂਦਾ ਹੈ? ਆਪਸ਼ਨ ਏ ਹੈ ਕਨਿਸ਼ਕ, ਆਪਸ਼ਨ ਬੀ ਹੈ ਸਮੁੰਦਰਗੁਪਤ, ਆਪਸ਼ਨ ਸੀ ਹੈ ਅਸ਼ੋਕ, ਆਪਸ਼ਨ ਡੀ ਹੈ ਇਹਨਾਂ ਵਿੱਚੋਂ ਕੋਈ ਵੀ ਨਹੀਂ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਬੀ, ਸਮੁੰਦਰਗੁਪਤ ਨੂੰ ਕਵੀ ਰਾਜ ਕਿਹਾ ਜਾਂਦਾ ਹੈ। ਜਿਨ੍ਹਾਂ ਨੇ ਐਂਸ਼ੀਅੰਟ ਹਿਸਟਰੀ ਦੀ ਕਲਾਸ ਲਗਾਈ ਸੀ, ਉਹਦੇ ਵਿੱਚ ਮੈਂ ਦੱਸਿਆ ਸੀ ਕਿ ਸਮੁੰਦਰਗੁਪਤ ਨੂੰ ਭਾਰਤ ਦੇ ਨਪੋਲੀਅਨ ਦੇ ਨਾਲ ਨਾਲ ਕਵੀ ਰਾਜ ਵੀ ਕਿਹਾ ਜਾਂਦਾ ਹੈ, ਕਿਉਂਕਿ ਸਮੁੰਦਰਗੁਪਤ ਦੇ ਜੋ ਸਿੱਕੇ ਸੀ ਉਹਨਾਂ ਦੇ ਵਿੱਚ ਉਹਨੂੰ ਵੀਣਾ ਵਜਾਉਂਦੇ ਹੋਏ ਦਿਖਾਇਆ ਸੀ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਬੀ। ਨੈਕਸਟ ਕੁਐਸਚਨ ਹੈ, ਭਗਤੀ ਨੂੰ ਦਾਰਸ਼ਨਿਕ ਆਧਾਰ ਦੇਣ ਵਾਲਾ ਪਹਿਲਾ ਆਚਾਰੀਆ ਕੌਣ ਸੀ? ਦਾਰਸ਼ਨਿਕ ਮਤਲਬ ਫਿਲੋਸਫੀਕਲ। ਆਪਸ਼ਨ ਏ ਹੈ ਨਾਮਦੇਵ, ਆਪਸ਼ਨ ਬੀ ਹੈ ਸ਼ੰਕਰਾਚਾਰੀਆ, ਆਪਸ਼ਨ ਸੀ ਹੈ ਮੀਰਾਬਾਈ, ਆਪਸ਼ਨ ਡੀ ਹੈ ਤੁਲਸੀਦਾਸ। ਭਗਤੀ ਨੂੰ ਦਾਰਸ਼ਨਿਕ ਆਧਾਰ ਦੇਣ ਵਾਲਾ ਪਹਿਲਾ ਆਚਾਰੀਆ ਕੌਣ ਸੀ? ਏ ਬੀ ਡੀ ਮੋਸਟਲੀ ਸਭ ਦੇ ਹੀ ਆਨਸਰ ਅਲੱਗ-ਅਲੱਗ ਹੀ ਆ ਰਹੇ ਆ। ਸੋ ਇਸ ਦਾ ਰਾਈਟ ਜੋ ਆਨਸਰ ਹੈ ਆਪਸ਼ਨ ਬੀ ਹੈ, ਸ਼ੰਕਰਾਚਾਰੀਆ ਨੇ ਭਾਰਤੀ ਭਗਤੀ ਪਰੰਪਰਾ ਨੂੰ ਦਾਰਸ਼ਨਿਕ ਆਧਾਰ ਦਿੱਤਾ ਸੀ। ਇਹ ਪਹਿਲਾ ਆਚਾਰੀਆ ਸੀ ਜਿਨ੍ਹਾਂ ਨੇ ਭਗਤੀ ਦੇ ਵਿੱਚ ਦਾਰਸ਼ਨਿਕ ਨੂੰ ਲਿਆਂਦਾ। ਨੈਕਸਟ ਕੁਐਸਚਨ ਹੈ, ਚਾਲੂਕਾ ਖਾਨਦਾਨ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕੌਣ ਸੀ? ਆਪਸ਼ਨ ਏ ਹੈ ਰਾਜਾ ਰਾਜ, ਆਪਸ਼ਨ ਬੀ ਹੈ ਪੁਲਕੇਸ਼ਿਨ ਦੂਜਾ, ਆਪਸ਼ਨ ਸੀ ਹੈ ਪੁਲਕੇਸ਼ਿਨ ਪਹਿਲਾ, ਆਪਸ਼ਨ ਡੀ ਹੈ ਰਾਜਿੰਦਰ ਪਹਿਲਾ। ਜੋ ਚਾਲਕੂ ਰਾਜਵੰਸ਼ ਸੀ ਉਹਨਾਂ ਦਾ ਸਭ ਤੋਂ ਮਹੱਤਵਪੂਰਨ ਸ਼ਾਸਕ ਕੌਣ ਸੀ? ਬੀ ਆ ਰਿਹਾ ਮੋਸਟਲੀ ਸਭ ਦਾ ਆਨਸਰ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਬੀ, ਪੁਲਕੇਸ਼ਿਨ ਦੂਜਾ ਜੋ ਸੀ ਉਹ ਚਾਲਕੂ ਖਾਨਦਾਨ ਦਾ ਮਤਲਬ ਚਾਲਕੂ ਰਾਜਵੰਸ਼ ਦਾ ਸਭ ਤੋਂ ਮਹੱਤਵਪੂਰਨ ਸ਼ਾਸਕ ਸੀ। ਇਸ ਨੇ ਕੀ ਕੀਤਾ, ਕਨੌਜ ਦਾ ਜੋ ਰਾਜਾ ਸੀ ਹਰਸ਼ਵਰਧਨ, ਉਸ ਨੂੰ ਰੋਕਿਆ ਸੀ ਔਰ ਉਸ ਨੂੰ ਹਰਾਇਆ ਸੀ ਹਰਸ਼ਵਰਧਨ ਨੂੰ। ਠੀਕ ਹੈ। ਨੈਕਸਟ ਕੁਐਸਚਨ ਹੈ, 1192 ਈਸਵੀ ਵਿੱਚ ਤਰਾਇਨ ਦੀ ਦੂਜੀ ਲੜਾਈ ਵਿੱਚ ਮੁਹੰਮਦ ਗੌਰੀ ਦੁਆਰਾ ਕਿਸ ਸ਼ਾਸਕ ਨੂੰ ਹਰਾਇਆ ਗਿਆ? ਆਪਸ਼ਨ ਏ ਹੈ ਨੰਗਪਾਲ, ਆਪਸ਼ਨ ਬੀ ਹੈ ਪੋਰਸ, ਆਪਸ਼ਨ ਬੀ ਹੈ ਨੰਗਪਾਲ ਔਰ ਪੋਰਸ ਦੋਨਾਂ ਨੂੰ, ਆਪਸ਼ਨ ਡੀ ਹੈ ਪ੍ਰਿਥਵੀ ਰਾਜ ਚੌਹਾਨ। ਡੀ ਆਇਆ ਸਭ ਦਾ ਆਨਸਰ। ਸੋ ਮੁਹੰਮਦ ਗੌਰੀ ਦੇ ਨਾਲ ਪ੍ਰਿਥਵੀ ਰਾਜ ਚੌਹਾਨ ਦੀਆਂ ਦੋ ਲੜਾਈਆਂ ਹੋਈਆਂ, ਪਹਿਲੀ 1192 ਦੇ ਵਿੱਚ ਜਿਸ ਵਿੱਚ ਪ੍ਰਿਥਵੀ ਰਾਜ ਚੌਹਾਨ ਦੀ ਜਿੱਤ ਹੋਈ, ਪਹਿਲੀ 1191 ਦੇ ਵਿੱਚ ਔਰ ਦੂਸਰੀ 1192 ਦੇ ਵਿੱਚ। ਦੂਸਰੀ ਲੜਾਈ ਦੇ ਵਿੱਚ ਕੀ ਹੋਇਆ, ਪ੍ਰਿਥਵੀ ਰਾਜ ਚੌਹਾਨ ਜੋ ਹੈ ਉਹ ਯੁੱਧ ਵਿੱਚ ਹਾਰ ਗਿਆ। ਅਨੰਗਪਾਲ ਜੋ ਸੀ ਉਹ ਤੋਮਰ ਵੰਸ਼ ਦਾ ਮਹੱਤਵਪੂਰਨ ਸ਼ਾਸਕ ਸੀ। ਪੋਰਸ ਜੋ ਸੀ ਉਹ ਸਿਕੰਦਰ ਨਾਲ ਯੁੱਧ ਕੀਤਾ, ਪੋਰਸ ਨੇ ਪੰਜਾਬ ਦਾ ਇੱਕ ਸ਼ਾਸਕ ਸੀ ਔਰ ਸਿਕੰਦਰ ਦੇ ਕੋਲੋਂ ਇਹ ਹਾਰ ਗਿਆ ਸੀ, ਲੇਕਿਨ ਸਿਕੰਦਰ ਨੇ ਇਸ ਦੀ ਬਹਾਦਰੀ ਵੇਖ ਕੇ ਇਸ ਨੂੰ ਕੀ ਕੀਤਾ, ਪੂਰਾ ਦਾ ਪੂਰਾ ਰਾਜ ਇਸ ਨੂੰ ਵਾਪਸ ਕਰਤਾ ਸੀ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਡੀ ਹੈ। 43ਵਾਂ ਕੁਐਸਚਨ ਹੈ, 53ਵਾਂ ਕੁਐਸਚਨ ਹੈ,
ਭਾਰਤ ਵਿੱਚ ਬ੍ਰਿਟਿਸ਼ ਦੇ ਸ਼ਾਸਨ ਦੀ ਸ਼ੁਰੂਆਤ ਕਿਹੜਾ ਯੁੱਧ ਸੀ? ਆਪਸ਼ਨ ਏ ਹੈ ਪਲਾਸੀ ਦੀ ਲੜਾਈ, ਆਪਸ਼ਨ ਬੀ ਹੈ ਬਕਸਰ ਦੀ ਲੜਾਈ, ਆਪਸ਼ਨ ਸੀ ਹੈ ਪੰਜਾਬ ਦੀ ਲੜਾਈ, ਆਪਸ਼ਨ ਡੀ ਹੈ ਝਾਂਸੀ ਤੇ ਕਬਜ਼ਾ। ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੀ ਸ਼ੁਰੂਆਤ ਕਦੋਂ ਹੋਈ? ਬੀ ਔਰ ਡੀ ਆ ਰਿਹਾ ਆਨਸਰ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਏ ਹੈ। ਜਦੋਂ ਪਲਾਸੀ ਦਾ ਯੁੱਧ ਹੋਇਆ ਉਦੋਂ ਹੀ ਬ੍ਰਿਟਿਸ਼ ਜੋ ਸੀ ਉਹ ਰੂਲ ਜੋ ਹੈ ਪੂਰੇ ਭਾਰਤ ਦੇ ਵਿੱਚ ਫੈਲਣਾ ਸ਼ੁਰੂ ਹੋ ਗਿਆ ਸੀ। ਇਹ ਕਦੋਂ ਲੜਾਈ ਹੋਈ? 1757 ਦੇ ਵਿੱਚ। ਠੀਕ ਹੈ, 1757 ਤੋਂ 100 ਸਾਲ ਬਾਅਦ 1857 ਦੇ ਵਿੱਚ ਇੱਕ ਕ੍ਰਾਂਤੀ ਹੋਈ ਜਿਹਨੂੰ ਭਾਰਤ ਦਾ ਇੱਕ ਮਹਾਨ ਸੈਨਿਕ ਵਿਦਰੋਹ ਕਿਹਾ ਜਾਂਦਾ ਹੈ। ਠੀਕ ਹੈ, ਸੁਤੰਤਰਤਾ ਸੰਗਰਾਮ ਵੀ ਕਿਹਾ ਜਾਂਦਾ ਹੈ। ਇਹ ਪਲਾਸੀ ਦੀ ਲੜਾਈ ਕਿਹਨਾਂ ਕਿਹਨਾਂ ਦੇ ਵਿਚਕਾਰ ਹੋਈ? ਸਿਰਾਜੂਦੋਲਾ ਔਰ ਕੈਨਿੰਗ ਦੇ ਵਿਚਕਾਰ। ਠੀਕ ਹੈ, ਲੋਰਡ ਕੈਨਿੰਗ ਦੇ ਵਿਚਕਾਰ। ਔਰ ਇਸ ਵਿੱਚ ਜਿੱਤ ਕਿਹਨਾਂ ਦੀ ਹੋਈ? ਅੰਗਰੇਜ਼ਾਂ ਦੀ। ਬਕਸਰ ਦੀ ਲੜਾਈ 1764 ਦੇ ਵਿੱਚ ਹੋਈ ਸੀ। ਪੰਜਾਬ ਦੀਆਂ ਦੋ ਲੜਾਈਆਂ ਹੋਈਆਂ ਔਰ ਝਾਂਸੀ ਤੇ ਕਬਜ਼ਾ ਜੋ ਹੈ ਲੋਰਡ ਡਲਹੌਜੀ ਦੇ ਕਾਲ ਦੇ ਵਿੱਚ ਹੋਇਆ ਸੀ। ਨੈਕਸਟ ਕੁਐਸਚਨ ਹੈ, ਸ਼ਿਵਾਜੀ ਨੇ ਆਪਣੇ ਰਾਜ ਦੀ ਆਮਦਨੀ ਦਾ ਮੁੱਖ ਸਰੋਤ ਕੀ ਬਣਾਇਆ? ਆਪਸ਼ਨ ਏ ਹੈ ਭੂਮੀਕਾਰ, ਆਪਸ਼ਨ ਬੀ ਹੈ ਰੱਖਿਆਕਾਰ, ਆਪਸ਼ਨ ਸੀ ਹੈ ਚੌਥ, ਆਪਸ਼ਨ ਡੀ ਹੈ ਕੋਈ ਵੀ ਨਹੀਂ। ਸਰ ਰੋਬਰਟ ਕਲਾਈਵ। ਹਾਂ ਸੌਰੀ, ਰੋਬਰਟ ਕਲਾਈਵ। ਕੈਨਿੰਗ ਸੀ ਜੋ ਮਦਰਾਸ ਦੇ ਉੱਪਰ ਗਵਰਨਰ ਸੀ, ਮਦਰਾਸ ਦਾ ਪ੍ਰੈਜ਼ੀਡੈਂਸੀ ਦਾ। ਉਹਨੇ ਹੀ ਆ ਕੇ ਕਲਕੱਤਾ ਦੇ ਵਿੱਚ ਯੁੱਧ ਲੜਿਆ ਸੀ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਸੀ ਚੌਥ, ਜੋ ਸੀ ਸ਼ਿਵਾਜੀ ਦੇ ਰਾਜ ਦੀ ਆਮਦਨ ਦਾ ਮੁੱਖ ਸਰੋਤ ਸੀ। ਠੀਕ ਹੈ, ਸ਼ਿਵਾਜੀ ਜੋ ਸੀ ਉਹ ਮਰਾਠਾ ਰਾਜ ਦੇ ਸੰਸਥਾਪਕ ਸੀ। ਠੀਕ ਹੈ, ਔਰ ਔਰੰਗਜ਼ੇਬ ਦੇ ਸਮਕਾਲੀ ਸੀ। ਨੈਕਸਟ ਕੁਐਸਚਨ ਹੈ, ਜੈਨ ਧਰਮ ਦਾ 24ਵਾਂ ਤੀਰਥੰਕਰ ਕੌਣ ਸੀ? ਆਪਸ਼ਨ ਏ ਹੈ ਮਹਾਵੀਰ, ਆਪਸ਼ਨ ਬੀ ਹੈ ਬੁੱਧ, ਆਪਸ਼ਨ ਸੀ ਹੈ ਰਿਸ਼ਭਦੇਵ, ਆਪਸ਼ਨ ਡੀ ਹੈ ਪਾਰਸ਼ਵਨਾਥ। ਜੈਨ ਧਰਮ ਦੇ 24ਵੇਂ ਤੀਰਥੰਕਰ ਕੌਣ ਸੀ? ਮਹਾਵੀਰ ਆ ਰਿਹਾ ਔਰ ਏ ਵੀ ਆ ਰਿਹਾ, ਏ ਔਰ ਬੀ ਆ ਰਿਹਾ ਮੋਸਟਲੀ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਏ। ਮਹਾਵੀਰ ਜੋ ਸੀ ਉਹ ਜੈਨ ਧਰਮ ਦੇ ਸੰਸਥਾਪਕ ਸੀ। ਬੁੱਧ ਤਾਂ ਬੁੱਧ ਧਰਮ ਦੇ ਸੰਸਥਾਪਕ ਸੀ ਨਾ, ਜੈਨ ਧਰਮ ਨਾਲ ਉਹਨਾਂ ਦਾ ਕੋਈ ਲਿੰਕ ਨਹੀਂ ਸੀ। ਔਰ ਇਹ ਲਾਸਟ ਤੀਰਥੰਕਰ ਸੀ ਜੈਨ ਧਰਮ ਦੇ, ਮਹਾਵੀਰ। ਠੀਕ ਹੈ, ਰਿਸ਼ਭਦੇਵ ਜੋ ਸੀ ਉਹ ਪਹਿਲੇ ਸੀ ਔਰ ਪਾਰਸ਼ਵਨਾਥ ਜੋ ਸੀ ਉਹ 23ਵੇਂ ਸੀ। ਮਹਾਵੀਰ ਜੋ ਸੀ ਉਹ 24ਵੇਂ ਸੀ। ਠੀਕ ਹੈ, ਨੈਕਸਟ ਕੁਐਸਚਨ ਹੈ, ਬਕਸਰ ਦੀ ਲੜਾਈ 1764 ਦੇ ਸਮੇਂ ਦਿੱਲੀ ਦਾ ਸ਼ਾਸਕ ਕੌਣ ਸੀ? ਆਪਸ਼ਨ ਏ ਹੈ ਸ਼ਾਹ ਆਲਮ ਦੂਜਾ, ਆਪਸ਼ਨ ਏ ਹੈ ਸ਼ਾਹ ਆਲਮ ਪਹਿਲਾ, ਆਪਸ਼ਨ ਸੀ ਹੈ ਔਰੰਗਜ਼ੇਬ, ਆਪਸ਼ਨ ਡੀ ਹੈ ਫੁਰਖੁਸਿਆਰ। ਡੀ ਆਇਆ ਔਰ ਏ। ਸੋ ਇਸ ਦਾ ਰਾਈਟ ਆਨਸਰ ਜੋ ਹੈ ਆਪਸ਼ਨ ਏ ਹੈ। ਜਦੋਂ ਬਕਸਰ ਦੀ ਲੜਾਈ ਹੋ ਰਹੀ ਸੀ 1764 ਦੇ ਵਿੱਚ ਤਾਂ ਦਿੱਲੀ ਦਾ ਸ਼ਾਸਕ ਜੋ ਸੀ ਸ਼ਾਹ ਆਲਮ ਦੂਜਾ ਸੀ। ਠੀਕ ਹੈ, ਇਸ ਤੋਂ ਬਾਅਦ ਕੀ ਹੋਇਆ, ਅੰਗਰੇਜ਼ਾਂ ਨੇ ਬੰਗਾਲ ਦੀ ਦੀਵਾਨੀ ਇਹਦੇ ਤੋਂ ਪ੍ਰਾਪਤ ਕਰ ਲਈ ਔਰ ਅੰਗਰੇਜ਼ੀ ਜੋ ਹਕੂਮਤ ਸੀ ਉਹ ਖੁਦ ਸ਼ਾਸਨ ਕਰਨ ਦੇ ਕਾਬਿਲ ਹੋ ਗਈ ਸੀ। ਠੀਕ ਹੈ, ਲੇਕਿਨ ਸ਼ੁਰੂਆਤ ਜੋ ਹੋਈ ਅੰਗਰੇਜ਼ੀ ਹਕੂਮਤ ਦੀ ਬ੍ਰਿਟਿਸ਼ ਰੂਲ ਦੀ ਉਹ ਪਲਾਸੀ ਦੀ ਲੜਾਈ ਤੋਂ ਹੋਈ। ਸੋ ਅੱਜ ਦੇ ਇੰਨੇ ਹੀ ਕੁਐਸਚਨ ਸੀ। ਚੌਥ ਇੱਕ ਟੈਕਸ ਸੀ। ਹਾਂਜੀ ਹਰਦੀਪ ਸਿੰਘ। ਸੋ ਕਿਸੇ ਦਾ ਕੋਈ ਡਾਊਟ ਹੈ ਤਾਂ ਉਹ ਪੁੱਛ ਸਕਦਾ ਹੈ। ਮਾਈਕ ਇੱਕ ਵਾਰੀ ਅਨਮਿਊਟ ਹੋਣ ਲੱਗੇ ਆ ਸਭ ਦੇ, ਹੈਂਡ ਰੇਜ਼ ਕਰ ਲਿਓ 1 ਬਾਈ 1। ਹਾਂਜੀ ਆਰਕੋਰ। ਆਰਕੋਰ ਤਰਾਈਨ ਦੇ ਵਿੱਚ ਦੋ ਲੜਾਈਆਂ ਹੋਈਆਂ। ਪਹਿਲੀ ਲੜਾਈ ਜੋ ਹੋਈ ਸੀ ਉਹ 1192 ਦੇ ਵਿੱਚ ਹੋਈ, ਮੁਹੰਮਦ ਗੋਰੀ ਔਰ ਪ੍ਰਿਥਵੀ ਰਾਜ ਚੌਹਾਨ ਦੇ ਵਿੱਚ। ਇਸ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਦੀ ਜਿੱਤ ਹੋਈ। ਔਰ ਦੂਜੀ ਲੜਾਈ ਅਗਲੇ ਸਾਲ ਹੀ ਹੋਈ 1192 ਦੇ ਵਿੱਚ। ਪ੍ਰਿਥਵੀ ਪਹਿਲੀ ਚ 1192 ਚ ਦੂਸਰੀ ਹੋਈ ਸੀ, 1215 ਚ ਤੀਸਰੀ ਹੋਈ ਸੀ।
ਮੈਂ ਉਹੀ ਕਹਿ ਰਿਹਾ ਨਾ, ਪ੍ਰਿਥਵੀ ਰਾਜ ਚੌਹਾਨ ਨਾਲ ਤਾਂ 2 ਲੜਾਈਆਂ ਹੋਈਆਂ ਨਾ। ਹਾਂ ਹਾਂ, ਉਹੀ ਮੈਂ ਕਹਿ ਰਿਹਾ ਨਾ। ਪਲਾਸੀ ਦੀ ਲੜਾਈ ਜੋ ਹੋਈ ਸਿਰਾਜੂਦੌਲਾ ਔਰ ਕਲਾਈਵ ਦੇ ਵਿਚਕਾਰ। ਸਿਰਾਜੂਦੌਲਾ ਬੰਗਾਲ ਦਾ ਜੋ ਨਵਾਬ ਸੀ ਉਹਦੇ ਵਿਚਕਾਰ, ਔਰ ਇੱਕ ਮਦਰਾਸ ਦਾ ਗਵਰਨਰ ਸੀ। 3 ਪ੍ਰੈਜ਼ੀਡੈਂਸੀਆਂ ਸੀ, ਮਦਰਾਸ, ਕਲਕੱਤਾ ਔਰ ਬੰਬਈ। ਕਲਕੱਤਾ ਨੂੰ ਕੀ ਹੋਇਆ, ਸਿਰਾਜੂਦੌਲਾ ਨੇ ਜਦੋਂ ਦੇਖਿਆ ਕਿ ਕਲਕੱਤਾ ਦੇ ਵਿੱਚ ਜੋ ਬ੍ਰਿਟਿਸ਼ ਸੀ ਉਹ ਕਿਲੇ ਦਾ ਨਿਰਮਾਣ ਕਰ ਰਿਹਾ, ਤਾਂ ਉਹਨਾਂ ਨੂੰ ਰੋਕਿਆ। ਲੇਕਿਨ ਫਰਾਂਸੀਸੀ ਤਾਂ ਮੰਨ ਗਏ ਸਿਰਾਜੂਦੌਲਾ ਦੀ ਗੱਲ, ਲੇਕਿਨ ਅੰਗਰੇਜ਼ ਜੋ ਸੀ ਉਹ ਨਹੀਂ ਮੰਨੇ। ਇਸੇ ਕਰਕੇ ਉਹਨੇ ਕੀ ਕੀਤਾ ਕਿ ਅੰਗਰੇਜ਼ਾਂ ਦੀ ਜੋ ਕੰਪਨੀ ਸੀ ਉਸ ਨੂੰ ਕਬਜ਼ੇ ਵਿੱਚ ਲੈ ਲਿਆ ਔਰ ਕਲਕੱਤੇ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਜਦੋਂ ਇਹ ਪਤਾ ਲੱਗਿਆ ਮਦਰਾਸ ਦੇ ਵਿੱਚ ਬੈਠੇ ਬੰਦੇ ਨੂੰ, ਤਾਂ ਉਹ ਸੈਨਾ ਲੈ ਕੇ ਆਇਆ। ਉਹਨੇ ਕੀ ਕੀਤਾ, ਸਿਰਾਜੂਦੌਲਾ ਨਾਲ ਯੁੱਧ ਕੀਤਾ ਔਰ ਅੰਗਰੇਜ਼ਾਂ ਦੀ ਇਸ ਵਿੱਚ ਜਿੱਤ ਹੋਈ। ਸ਼ੁਰੂ ਤੋਂ ਰਿਪੀਟ ਕਰ ਦੋ ਕੁਐਸਚਨ, ਹੁਣੇ ਜੁਆਇਨ ਕੀਤਾ ਮੈਂ। ਇੰਨੇ ਕੁਐਸਚਨ ਸ਼ੁਰੂ ਤੋਂ ਰਿਪੀਟ ਨਹੀਂ ਹੋਣਗੇ ਨਾ। ਅਗਰ ਆਰਕੋਰ ਕਿਸੇ ਕੁਐਸਚਨ ਵਿੱਚ ਡਾਊਟ ਹੈ ਤਾਂ ਉਹ ਪੁੱਛ ਲਓ। ਹਾਂ, ਕਿਸੇ ਦਾ ਕੋਈ ਡਾਊਟ ਨਹੀਂ ਹੈ ਤਾਂ ਉਹ ਲੈਫਟ ਕਰ ਸਕਦਾ ਹੈ। ਸਰ ਨਾਓ ਡੇਲੀ ਕਲਾਸ ਟਾਈਮਿੰਗ ਵਿਲ ਬੀ ਸੇਮ ਔਰ ਨੋਟ। ਇੱਕ ਮਿੰਟ ਵੀਰੇ, ਮੈਂ ਨਾ ਵੀਡੀਓ